सतनाम करता पुरख निर्भव निर्वैर अकाल मूरत अजूनी सैभंग गुर प्रसाद जप आद सच जुगाद सच है भी सच नानक होसी भी सच। हे प्राणनाथ गोबिंद है कृपा निधान जगत गुरो। हे संसार ताप हरणै करुणा मैं सब दुख हरो। हे शरण जोग दयाल है दीनानाथ मया करो। शरीर स्वस्थ क्षीण समय सिमरंत नानक राम दामोदर माधव है। सतनाम श्री वाहिगुरु साहिब जी। गौड़ी कबीर जी अस्थावर जंगम कीट पतंगा अनक जन्म किए बहुरंगा। ऐसे घर हम बहुत बसाए जब हम राम गर्भ होए आए। जुगो जुग अटल चंवर छत्र तखत दे मालक दसां पातशाहियां दी आत्मक जोत हाजरा हजूर ज़ाहरा जहूर सर्ब कला भरपूर धन धन साहिब श्री गुरु ग्रंथ साहिब महाराज जी दी पावन पवित्र हजूरी दे अंदर सुभाईमान गुरु प्यारी साध संगत जी। आओ गुरु चरणों दे विच हाजरियां लवाइए प्यार सत्कार सहित फतेह प्रवान करो जी। वाहिगुरु जी का खालसा वाहिगुरु जी की फतेह। सतगुरु जी ने महान किरपालता की है। धन धन साहिब श्री गुरु ग्रंथ साहिब महाराज जी की पावन गोद के अंदर बैठन का सत्संगत करन का सुभाग समा सानू सारिਆਂ ਨੂੰ प्राप्त होया है। अमृत वेले के दीवाना की हाज़री भरते हुए आप जी ने बड़े प्यार शरधा ते सत्कार दे नाल सतगुरु जी की पावन बाणी आसा की वार का कीर्तन सत्कारयोग भाई साहब जी पासों सरवण किया है। हुण समा है गुरबाणी की लड़ीवार विचार का। गुरबाणी की लड़ीवार विचार आरंभ करन तो पहला आओ अपनियां मन बिरतियां नूं आपां एकागर करिए। सुरत नूं शब्द दे नाल गुरबाणी दे नाल गुरु चरणों दे नाल जोड़न का यतन करिए। समूह संगत प्यार सत्कार नाल उचारण करो जी। सतनाम श्री वाहिगुरु जी। करो कृपा सतनाम श्री वाहिगुरु जी। सतनाम श्री वाहिगुरु साहिब जी। गौड़ी कबीर जी अस्थावर जंगम कीट पतंगा
ਗੌੜੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਭਗਤ ਕਬੀਰ ਜੀ ਦਾ ਇਹ ਪਾਵਨ ਸ਼ਬਦ ਹੈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 325 326 ਦੇ ਉੱਪਰ ਸਬਾਈਮਾਨ ਹੈ। ਭਗਤ ਕਬੀਰ ਜੀ ਇਸ ਪਾਵਨ ਸ਼ਬਦ ਦੇ ਅੰਦਰ ਮਨੁੱਖ ਨੂੰ, ਜੀਵ ਨੂੰ ਸਮਝਾਉਂਦੇ ਹਨ ਕਿ ਭਾਈ ਅਨੇਕਾਂ ਜੂਨੀਆਂ ਦੇ ਵਿੱਚੋਂ ਹੋ ਕੇ ਅਸੀਂ ਆਏ ਹਾਂ, ਬੜੇ ਜਨਮ ਅਸੀਂ ਧਾਰਨ ਕੀਤੇ, ਕਦੇ ਕੀੜੇ ਪਤੰਗਿਆਂ ਦੇ ਰੂਪ ਦੇ ਵਿੱਚ, ਕਦੇ ਪਸ਼ੂ ਪੰਛੀਆਂ ਦੇ ਰੂਪ ਦੇ ਵਿੱਚ, ਤੇ ਹੁਣ ਇਹ ਮਨੁੱਖਾ ਜੀਵਨ ਸਾਨੂੰ ਪ੍ਰਾਪਤ ਹੋਇਆ ਹੈ, ਮਨੁੱਖਾ ਜੂਨੀ ਸਾਨੂੰ ਮਿਲੀ ਹੈ। ਸੋ ਇਸ ਜੂਨੀ ਦੇ ਅੰਦਰ ਅਸੀਂ ਪਰਮਾਤਮਾ ਦੀ ਭਗਤੀ ਕਰਾਂਗੇ, ਸੇਵਾ ਸਿਮਰਨ ਕਰਾਂਗੇ, ਤੇ ਜੋ 84 ਲੱਖ ਦੀ ਭਟਕਣਾ ਹੈ ਇਹਦੇ ਵਿੱਚੋਂ ਅਸੀਂ ਨਿਕਲ ਸਕਦੇ ਹਾਂ। ਭਗਤ ਕਬੀਰ ਜੀ ਬਖਸ਼ਿਸ਼ ਕਰਦੇ ਨੇ, ਅਸਥਾਵਰ ਜੰਗਮ ਕੀਟ ਪਤੰਗਾ। ਅਸਥਾਵਰ ਭਾਵ ਉਹ ਜੂਨੀਆਂ ਜੋ ਇੱਕ ਥਾਂ ਤੇ ਖੜੇ ਰਹਿੰਦੇ ਹਨ, ਜਿਵੇਂ ਪਰਬਤ ਨੇ, ਜਿਵੇਂ ਰੁੱਖ ਨੇ, ਇਹ ਇੱਕ ਥਾਂ ਦੇ ਉੱਤੇ ਖੜੇ ਹੋਏ ਹਨ। ਗੁਰਬਾਣੀ ਨੇ ਸਾਨੂੰ ਸਮਝਾਇਆ ਹੈ ਕਿ ਜੋ ਪਹਾੜ ਹਨ, ਜੋ ਪਰਬਤ ਨੇ, ਇਹ ਵੀ ਇੱਕ ਜੂਨੀ ਹੈ, ਤੇ ਪਹਾੜਾਂ ਦੀ ਉਮਰ ਆਪਾਂ ਸਾਰੇ ਜਾਣਦੇ ਹਾਂ ਕਿ ਹਜ਼ਾਰਾਂ ਲੱਖਾਂ ਸਾਲ ਹੈ। ਸੋ ਇੱਕ ਹੀ ਜੂਨੀ ਦੇ ਵਿੱਚ ਲੱਖਾਂ ਸਾਲ ਪਏ ਰਹਿਣਾ, ਫਿਰ ਪਤਾ ਨਹੀਂ ਕਦੋਂ ਅਗਲੀ ਜੂਨੀ ਮਿਲੇ ਨਾ ਮਿਲੇ। ਸੋ ਬਹੁਤ ਲੰਮਾ ਇਹ ਸਮਾਂ ਹੈ। ਸੋ ਇਸ ਤਰ੍ਹਾਂ ਜੇ ਆਪਾਂ ਅੰਦਾਜ਼ਾ ਲਗਾਈਏ ਤੇ ਪਤਾ ਨਹੀਂ ਕਰੋੜਾਂ ਸਾਲ ਬਾਅਦ ਸਾਨੂੰ ਇਹ ਮਨੁੱਖਾ ਜੀਵਨ ਪ੍ਰਾਪਤ ਹੋਇਆ ਹੈ। ਸਤਿਗੁਰੂ ਜੀ ਅੰਮ੍ਰਿਤ ਬਾਣੀ ਦੇ ਵਿੱਚ ਫੁਰਮਾਨ ਕਰਦੇ ਨੇ ਕਿ ਹੋਂ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ। ਹੇ ਪ੍ਰਭੂ, ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ, ਤੁਹਾਡੀ ਸ਼ਰਨ ਤੱਕੀ ਹੈ, ਪਰ ਬਹੁਤ ਲੰਮਾ ਪੈਂਡਾ ਮੈਂ ਤੈਅ ਕਰਕੇ ਤੇ ਤੁਹਾਡੇ ਤੱਕ ਪਹੁੰਚਿਆ ਹਾਂ। ਉਹ ਪੈਂਡਾ ਕੀ ਹੈ? ਵੱਖੋ ਵੱਖ ਜੂਨੀਆਂ, ਜਿਹਦੀ ਗਿਣਤੀ 84 ਲੱਖ ਮੰਨੀ ਜਾਂਦੀ ਹੈ। ਤੇ ਉਹਨਾਂ 84 ਲੱਖ ਜੂਨੀਆਂ ਦੇ ਵਿੱਚ ਕੁਝ ਧਰਤੀ ਤੇ ਰਹਿਣ ਵਾਲੇ ਜੀਵ, ਕੋਈ ਆਕਾਸ਼ ਦੇ ਵਿੱਚ ਉੱਡਣ ਵਾਲੇ, ਕੋਈ ਜ਼ਮੀਨ ਤੋਂ ਹੇਠਾਂ ਰਹਿਣ ਵਾਲੇ, ਕੁਝ ਜਲ ਦੇ ਵਿੱਚ ਰਹਿਣ ਵਾਲੇ। ਸੋ ਇਹ ਸਾਰੀਆਂ ਜੂਨੀਆਂ ਦੇ ਵਿੱਚੋਂ ਲੰਘਣ ਤੋਂ ਬਾਅਦ, ਹੇ ਪ੍ਰਭੂ, ਮੈਂ ਤੁਹਾਡੀ ਓਟ ਲਈ ਹੈ, ਤੁਹਾਡੀ ਸ਼ਰਨ ਤੱਕੀ ਹੈ, ਤੇ ਤੁਹਾਡੇ ਚਰਨਾਂ ਦੇ ਨਾਲ ਆ ਕੇ ਜੁੜਿਆ ਹਾਂ। ਕਿਉਂਕਿ ਇੱਕੋ ਇੱਕ ਮਨੁੱਖਾ ਜੂਨੀ ਹੈ, ਜਿਸ ਜੂਨੀ ਦੇ ਵਿੱਚ ਅਸੀਂ ਪਰਮਾਤਮਾ ਦਾ ਨਾਮ ਜਪ ਸਕਦੇ ਹਾਂ, ਜਿਸ ਜੂਨੀ ਦੇ ਵਿੱਚ ਆਪਾਂ ਹੱਥਾਂ ਦੇ ਨਾਲ ਸੇਵਾ ਕਰ ਸਕਦੇ ਹਾਂ, ਸਰੀਰ ਕਰਕੇ ਆਪਾਂ ਸਤਸੰਗਤ ਦੇ ਵਿੱਚ ਬੈਠ ਸਕਦੇ ਹਾਂ, ਕੰਨਾਂ ਦੇ ਰਾਹੀਂ ਬਾਣੀ ਸੁਣ ਸਕਦੇ ਹਾਂ, ਰਸਨਾ ਦੇ ਨਾਲ ਜਸ ਗਾ ਸਕਦੇ ਹਾਂ। ਹੋਰ ਕਿਸੇ ਜੂਨੀ ਨੂੰ ਇਹ ਦਾਤ ਪ੍ਰਾਪਤ ਨਹੀਂ ਹੋਈ ਜੋ ਸਾਨੂੰ ਮਿਲੀ ਹੈ। ਤੇ ਇਸੇ ਤਰ੍ਹਾਂ ਅਸੀਂ ਜੇ ਆਪਣਾ ਜੀਵਨ ਗੁਰੂ ਦੇ ਉਪਦੇਸ਼ ਤੇ ਚੱਲ ਕੇ ਬਤੀਤ ਕਰਾਂਗੇ, ਜੇ ਗੁਰੂ ਦੀ ਸਿੱਖਿਆ ਤੇ ਚੱਲਦਿਆਂ ਹੋਇਆਂ ਪਰਮੇਸ਼ਰ ਦਾ ਨਾਮ ਸਿਮਰਨ ਕਰਕੇ, ਸ਼ੁਭ ਕਰਮ ਕਰਕੇ ਉਸ ਪਰਮਾਤਮਾ ਦੇ ਵਿੱਚ ਅਭੇਦ ਹੋ ਜਾਵਾਂਗੇ, ਲੀਨ ਹੋ ਜਾਵਾਂਗੇ, ਤੇ 84 ਲੱਖ ਦੇ ਵਿੱਚ ਦੁਬਾਰਾ ਨਹੀਂ ਜਾਣਾ ਪਏਗਾ। ਇਹ ਭਟਕਣਾ ਖਤਮ ਹੋ ਜਾਏਗੀ। 84 ਦਾ ਗੇੜ ਜਿਹੜਾ ਹੈ ਉਹਦੇ ਵਿੱਚੋਂ ਅਸੀਂ ਨਿਕਲ ਜਾਵਾਂਗੇ। ਪਰ ਕਦੇ ਅਸੀਂ ਇਸ ਪਾਸੇ ਧਿਆਨ ਨਹੀਂ ਦਿੰਦੇ, ਇਸ ਪਾਸੇ ਸਾਡਾ ਖਿਆਲ ਨਹੀਂ। ਸਾਡਾ ਖਿਆਲ ਅਜੇ ਵੀ ਮਾਇਆ ਦੇ ਪਦਾਰਥਾਂ ਵੱਲ ਹੈ। ਅਜੇ ਵੀ ਸਾਡੀ ਜੋ ਖਿੱਚ ਹੈ ਨਾ, ਉਹ ਕੇਵਲ ਤੇ ਕੇਵਲ ਧਨ ਦੌਲਤ ਤੇ ਜਿਹੜੇ ਸੰਸਾਰਿਕ ਸੁੱਖ ਨੇ ਉਹਨਾਂ ਵਾਲੇ ਪਾਸੇ ਹੈ, ਜਿਸ ਕਰਕੇ ਮਨੁੱਖਾ ਜੀਵਨ ਹੱਥੋਂ ਨਿਕਲਦਾ ਜਾ ਰਿਹਾ ਹੈ। ਜਿੰਨੀ ਉਮਰ ਆਪਾਂ ਲਿਖਾ ਕੇ ਲਿਆਏ ਆ, ਇਹ ਸਾਨੂੰ ਵੀ ਨਹੀਂ ਪਤਾ ਕਿ ਕਿੰਨੀ ਬਾਕੀ ਬਚੀ ਹੈ, ਕਿਉਂਕਿ ਇਹ ਜਿਹੜੇ ਸਵਾਸ ਨੇ ਇਹਨਾਂ ਦਾ ਕੋਈ ਭਰੋਸਾ ਨਹੀਂ ਹੈ। ਆਪਾਂ ਦੇਖਦੇ ਹਾਂ ਕਿ ਹਰ ਚੀਜ਼ ਜੋ ਮਾਰਕੀਟ ਦੇ ਵਿੱਚ ਮਿਲਦੀ ਹੈ ਨਾ, ਉਹਦੇ ਤੇ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ। ਦਿਨ ਨਾ ਵੀ ਲਿਖਿਆ ਹੋਵੇ, ਲੇਕਿਨ ਮਹੀਨਾ ਉਹਦੇ ਤੇ ਜ਼ਰੂਰ ਲਿਖਿਆ ਹੁੰਦਾ ਹੈ ਕਿ ਇਸ ਤਾਰੀਖ ਨੂੰ, ਇਸ ਮਹੀਨੇ ਨੂੰ ਇਹ ਜਿਹੜੀ ਚੀਜ਼ ਹੈ ਐਕਸਪਾਇਰ ਹੋ ਜਾਏਗੀ, ਇਸ ਤੋਂ ਬਾਅਦ ਇਹ ਖਾਣ ਲਾਇਕ ਨਹੀਂ ਰਹੇਗੀ।
ਇਸ ਤੋਂ ਬਾਅਦ ਇਹਨੂੰ ਯੂਜ਼ ਨਹੀਂ ਕੀਤਾ ਜਾ ਸਕਦਾ। ਦਵਾਈਆਂ ਦੇ ਉੱਤੇ ਵੀ ਆਪਾਂ ਦੇਖਦੇ ਹਾਂ ਐਕਸਪਾਇਰੀ ਡੇਟ ਲਿਖੀ ਹੁੰਦੀ ਹੈ, ਪਰ ਜੀਵ ਜਿਹੜੇ ਨੇ ਇਸ ਸੰਸਾਰ ਦੇ ਵਿੱਚ ਆਉਂਦੇ ਨੇ ਐਕਸਪਾਇਰੀ ਡੇਟ ਲਿਖਾ ਕੇ ਤੇ ਲਿਆਉਂਦੇ ਨੇ, ਪਰ ਕਿਸੇ ਨੂੰ ਪਤਾ ਨਹੀਂ ਵੀ ਕਿਹੜੀ ਹੈ। ਇਹ ਮਾਲਕ ਵਾਹਿਗੁਰੂ ਜਾਣਦਾ ਹੈ ਕਿ ਕਿਹੜਾ ਸਮਾਂ ਅਸੀਂ ਇਸ ਸੰਸਾਰ ਦੇ ਵਿੱਚ ਇੱਥੋਂ ਜਦੋਂ ਜਾਣਾ ਹੈ ਉਹ ਲਿਖਾ ਕੇ ਲਿਆਏ ਹਾਂ। ਇਸੇ ਲਈ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਉਪਦੇਸ਼ ਕਰਦੇ ਨੇ, ਸਾਨੂੰ ਸਮਝਾਉਂਦੇ ਹਨ ਕਿ ਭਾਈ ਸਮਾਂ ਬੀਤਦਾ ਜਾ ਰਿਹਾ ਹੈ, ਪਰਮਾਤਮਾ ਦੀ ਭਗਤੀ ਵਾਲੇ ਪਾਸੇ ਲੱਗੋ, ਪਰਮੇਸ਼ਰ ਦਾ ਨਾਮ ਜਪੋ, ਸੇਵਾ ਕਰੋ। ਜਦੋਂ ਪਰਮੇਸ਼ਰ ਦਾ ਨਾਮ ਜਪੋਗੇ ਢਿੱਲ ਮੱਠ ਨਾ ਕਰੋ ਕਿ ਮੈਂ ਨਾਮ ਕੱਲ ਜਪ ਲਵਾਂਗਾ, ਪਰਸੋਂ ਜਪ ਲਵਾਂਗੇ। ਕੱਲ ਕਿਹਨੇ ਦੇਖਿਆ? ਕੱਲ ਕਿਸੇ ਨੇ ਨਹੀਂ ਦੇਖਿਆ ਇਸ ਸੰਸਾਰ ਦੇ ਵਿੱਚ। ਧੰਨ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ, ਹਰ ਜਪਦਿਆਂ ਖਿਨ ਢਿੱਲ ਨਾ ਕੀਜਈ ਮੇਰੀ ਜਿੰਦੜੀਏ, ਮਤ ਕੇ ਜਾਪੇ ਸਾਹ ਆਵੇ ਕਿ ਨਾ ਆਵੇ ਰਾਮ। ਕੋਈ ਪਤਾ ਨਹੀਂ ਸਾਹ ਅਗਲਾ ਆਉਣਾ ਹੈ ਕਿ ਨਹੀਂ ਆਉਣਾ, ਇਸ ਕਰਕੇ ਪਰਮਾਤਮਾ ਦਾ ਨਾਮ ਜਪਦਿਆਂ ਢਿੱਲ ਨਾ ਕਰੋ। ਪ੍ਰਭੂ ਦੇ ਨਾਮ ਦੇ ਨਾਲ ਜੁੜ ਜਾਓ। ਜਿੰਨਾ ਵੀ ਸਮਾਂ ਤੁਹਾਨੂੰ ਮਿਲਦਾ ਹੈ ਆਪਣੇ ਰੁਝੇਵਿਆਂ ਦੇ ਵਿੱਚੋਂ, ਕਿਉਂਕਿ ਲਾਈਫ ਬੜੀ ਬਿਜ਼ੀ ਹੋ ਚੁੱਕੀ ਸਾਡੀ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਅਸੀਂ ਆਪਣੇ ਰੁਝੇਵੇਂ ਆਪ ਹੀ ਵਧਾ ਲਏ ਨੇ, ਤੇ ਉਹਨਾਂ ਰੁਝੇਵਿਆਂ ਦੇ ਵਿੱਚ ਫਸ ਕੇ ਅਸੀਂ ਪਰਮਾਤਮਾ ਦੇ ਨਾਮ ਨੂੰ ਜਪਣ ਦਾ, ਸਿਮਰਨ ਕਰਨ ਦਾ, ਸੇਵਾ ਕਰਨ ਦਾ ਜਿਹੜਾ ਸਮਾਂ ਹੈ ਨਾ, ਉਹ ਨਹੀਂ ਕੱਢ ਰਹੇ, ਜੋ ਕਿ ਬਹੁਤ ਜ਼ਰੂਰੀ ਹੈ। ਪੂਰੇ ਦਿਨ ਦੇ ਵਿੱਚੋਂ ਜੇ ਆਪਾਂ ਦਸਵੰਧ ਵੀ ਲਾਈਏ ਤੇ 2.5 ਘੰਟੇ ਬਣਦੇ ਨੇ, 24 ਘੰਟੇ ਦਿਨ ਤੇ ਰਾਤ ਮਿਲਾ ਕੇ। ਉਹਦੇ ਵਿੱਚੋਂ 2.5 ਘੰਟੇ ਆਪਾਂ ਪਰਮਾਤਮਾ ਦੇ ਨਾਮ ਦੇ ਨਾਲ ਜੁੜਨਾ ਹੈ। ਦਸਵੰਧ ਜਿਹੜਾ ਹੈ ਸਮੇਂ ਦਾ ਵੀ ਦੇਣਾ ਹੈ। ਜਿੱਥੇ ਗੁਰੂ ਸਾਹਿਬ ਨੇ ਸਾਨੂੰ ਮਾਇਆ ਦਾ ਜੋ ਦਸਵੰਧ ਦੇਣ ਦੇ ਵਾਸਤੇ ਉਪਦੇਸ਼ ਦਿੱਤਾ ਹੈ ਨਾ, ਪ੍ਰੇਰਨਾ ਕੀਤੀ ਹੈ, ਉਥੇ ਕਿੰਨਾ ਚੰਗਾ ਹੋਵੇ ਅਸੀਂ ਆਪਣੇ ਸਮੇਂ ਦਾ ਵੀ ਦਸਵੰਧ ਕੱਢੀਏ। ਜੇ ਆਪਾਂ ਹੋਰ ਜ਼ਿਆਦਾ ਕੁਝ ਨਹੀਂ ਕਰ ਸਕਦੇ ਤੇ ਆਪਣਾ ਨਿਤਨੇਮ, ਆਪਣਾ ਸਿਮਰਨ ਕਰਨ ਤੋਂ ਬਾਅਦ ਜੇ ਅੱਧਾ ਘੰਟਾ ਸਵੇਰੇ, ਅੱਧਾ ਘੰਟਾ ਸ਼ਾਮ ਨੂੰ ਹਾਜ਼ਰੀ ਭਰ ਲਈਏ ਸਤਸੰਗਤ ਦੇ ਵਿੱਚ, ਤੇ ਉਹ ਵੀ ਤੇ ਸਾਡਾ ਲੇਖੇ ਦੇ ਵਿੱਚ ਹੈ। ਇਸ ਤਰ੍ਹਾਂ ਵੀ ਅਸੀਂ ਆਪਣਾ ਦਸਵੰਧ ਜਿਹੜਾ ਹੈ ਗੁਰੂ ਨੂੰ ਦੇ ਸਕਦੇ ਹਾਂ। ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਬਚਨ ਸੁਣ ਲੈਣੇ, ਗੁਰੂ ਦੀ ਗੋਦ ਦੇ ਵਿੱਚ ਬੈਠ ਕੇ ਬਾਣੀ ਸੁਣਨੀ, ਇਹ ਵੀ ਤੇ ਅਸੀਂ ਆਪਣੇ ਜੋ ਜੀਵਨ ਦਾ ਦਸਵੰਧ ਜਿਹੜਾ ਹੈ ਗੁਰੂ ਨੂੰ ਦੇ ਸਕਦੇ ਹਾਂ ਨਾ। ਇਸ ਤਰੀਕੇ ਦੇ ਨਾਲ ਸਾਨੂੰ ਆਪਣਾ ਜੀਵਨ ਜਿਹੜਾ ਹੈ ਨਾ ਇਸ ਢੰਗ ਦੇ ਨਾਲ ਮੈਨੇਜ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਦੇ ਸਿਮਰਨ ਦੇ ਵਾਸਤੇ, ਨਿਤਨੇਮ ਦੇ ਵਾਸਤੇ, ਸੇਵਾ ਕਰਨ ਦੇ ਵਾਸਤੇ, ਸਤਸੰਗਤ ਕਰਨ ਦੇ ਵਾਸਤੇ ਵੀ ਅਸੀਂ ਆਪਣਾ ਸਮਾਂ ਜਿਹੜਾ ਹੈ ਉਹ ਕੱਢੀਏ। ਨਹੀਂ ਤੇ ਸਮਾਂ ਤੇ ਬੀਤਦਾ ਜਾ ਰਿਹਾ ਹੈ। ਬਹਿਤੀ ਜਾਤ ਕਦੇ ਦਿਸ਼ਟ ਨਾ ਧਾਰਤ, ਮਿਥਿਆ ਮੋਹ ਬੰਧੈ ਨਿਤ ਪਾਰਚ। ਇਹ ਉਮਰ ਦੀ ਜਿਹੜੀ ਨਦੀ ਹੈ ਨਾ, ਵਹਿੰਦੀ ਜਾ ਰਹੀ ਹੈ, ਤੇ ਇਸ ਉਮਰ ਦੀ ਨਦੀ ਨੇ ਰੁਕਣਾ ਕੋਈ ਨਹੀਂ। ਤੇ ਜਿਹੜਾ ਇੱਕ ਵਾਰੀ ਪਾਣੀ ਲੰਘ ਜਾਂਦਾ ਨਾ, ਜਿਸ ਪੱਤਨ ਤੋਂ ਪਾਣੀ ਲੰਘ ਜਾਂਦਾ ਹੈ, ਨਦੀ ਦੇ ਜਿਸ ਪੱਤਨ ਤੋਂ ਪਾਣੀ ਵਹਿ ਕੇ ਅੱਗੇ ਚਲਾ ਜਾਂਦਾ, ਉਹ ਦੁਬਾਰਾ ਪਰਤ ਕੇ ਵਾਪਸ ਨਹੀਂ ਆਉਂਦਾ, ਮੁੜ ਕੇ ਦੁਬਾਰਾ ਉੱਥੇ ਨਹੀਂ ਆਉਂਦਾ। ਜਿਹੜਾ ਲੰਘ ਗਿਆ ਲੰਘ ਗਿਆ। ਅੱਜ ਦਾ ਵੀ ਦਿਨ ਜਿਹੜਾ ਚੜ੍ਹਿਆ ਹੈ, ਜੋ 18 ਫਰਵਰੀ ਦਾ ਅੱਜ ਦਾ ਦਿਨ ਹੈ, ਕੀ ਦੁਬਾਰਾ ਸਾਡੇ ਜੀਵਨ ਦੇ ਵਿੱਚ ਆ ਜਾਏਗਾ? 18 ਫਰਵਰੀ 2022 ਦਾ ਕਦੇ ਨਹੀਂ ਆਏਗਾ। ਇਹ ਜਿਹੜਾ ਦਿਨ ਚੜ੍ਹ ਗਿਆ ਤੇ ਗਿਆ ਸਮਝੋ। ਪਰ ਅਸੀਂ ਅਜੇ ਵੀ ਵਕਤ ਨੂੰ, ਵੇਲੇ ਨੂੰ ਸੰਭਾਲ ਸਕਦੇ ਹਾਂ। ਪਰਮਾਤਮਾ ਨੇ ਸਾਨੂੰ ਸੋਝੀ ਦਿੱਤੀ ਹੈ, ਪਰਮਾਤਮਾ ਨੇ ਸਾਨੂੰ ਸੋਚਣ ਸਮਝਣ ਦੇ ਵਾਸਤੇ ਬੁੱਧੀ ਦਿੱਤੀ ਹੈ, ਮਤ ਦਿੱਤੀ ਹੈ। ਅਸੀਂ ਉਹਨੂੰ ਇਸਤੇਮਾਲ ਕਰ ਸਕਦੇ ਹਾਂ ਤੇ ਆਪਣੇ ਰੁਝੇਵਿਆਂ ਦੇ ਵਿੱਚੋਂ ਪਰਮਾਤਮਾ ਦੇ ਲਈ, ਗੁਰੂ ਦੇ ਲਈ ਸਮਾਂ ਆਪਾਂ ਕੱਢ ਸਕਦੇ ਹਾਂ ਜੇ ਸਹੀ ਢੰਗ ਦੇ ਨਾਲ। ਉੱਦਾਂ ਵੀ ਤੇ ਆਪਾਂ ਕਈ ਵਾਰੀ ਫੋਨ ਤੇ ਗੱਲਾਂ ਕਿਸੇ ਨਾਲ ਕਰਨ ਲੱਗ ਪਈਏ ਤੇ ਅੱਧਾ ਘੰਟਾ ਗੱਲਾਂ ਕਰੀ ਜਾਂਦੇ ਹਾਂ। ਤੇ ਕੀ ਇਹ ਸਮਾਂ ਆਪਾਂ ਜਪਜੀ ਸਾਹਿਬ ਦਾ ਪਾਠ, ਪੰਜਾਂ ਬਾਣੀਆਂ ਦਾ ਨਿਤਨੇਮ, ਸੁਖਮਨੀ ਸਾਹਿਬ ਦਾ ਪਾਠ ਉਹਨਾਂ ਦੇ ਵਿੱਚ ਨਹੀਂ ਲਗਾ ਸਕਦੇ? ਲਗਾ ਸਕਦੇ ਹਾਂ। ਸਮਾਂ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਡਾਕਟਰ ਭਾਈ ਵੀਰ ਸਿੰਘ ਜੀ ਲਿਖਦੇ ਨੇ ਕਿ ਮੈਂ ਸਮੇਂ ਦੇ ਅੱਗੇ ਮਿੰਨਤਾਂ ਕੀਤੀਆਂ ਕਿ ਸਮਾਂ ਰੁਕ ਜਾਵੇ, ਪਰ ਸਮੇਂ ਨੇ ਮੇਰੀ ਇੱਕ ਨਾ ਸੁਣੀ, ਸਮਾਂ ਲੰਘਦਾ ਚਲਾ ਗਿਆ। ਭਾਈ ਵੀਰ ਸਿੰਘ ਜੀ ਲਿਖਦੇ ਨੇ
रही वास्ते घत समय ने एक ना मन्नी, फड़ फड़ रही धरीक समय खिसकाई करनी। वो तो कन्नी खिसका के लंघ गया, हुण समय नूं वापस थोड़ी खिच लियावांगे, जिन्ना मर्जी आपां धरीकीए, जिन्ना मर्जी आपां खिंचीए, वापस नहीं आउंदा। जिहड़ा समा एक बारी गुजर गया साडे जीवन दे विचों लंघ गया, ये घड़ी भी जिहड़ी लंघ रही है ये दुबारा नहीं मिलनी। सो सतगुरु जी सानू चेता कराउंदे ने भाई भी बड़े जन्म हो गए ने, उस परमात्मा तो विछोड़ा है, विछोड़े दे करके दुखी हाँ, ते दुखां नूं कट्टण दा केवल ते केवल इक्को जरिया है परमेश्वर दा नाम सिमरन करना, परमात्मा की भगती करके इस जीवन नूं लेखे दे विच ला लेना, ताकि दोबारा 84 लाख के गेड़ दे विच ना पैना पवे जिहदे विचों असीं निकल के आए हैं। भगत कबीर जी उपदेश कर रहे हैं, अस्थावर जंगम कीट पतंगा। अस्थावर का अर्थ है वो जूना जिन्हां दे विच कोई जिहड़ा जीव है इधर उधर तुर फिर नहीं सकता, जिवें पहाड़ ने, जिवें रुख ने, एक थां ते खड़े ने ते खड़े ने, हज़ारां साल तो खड़े ने। जंगम का अर्थ है तुरन फिरन वाले जीव। कीट का अर्थ है कि जो कीड़े हैं। पतंगा का अर्थ जिहड़े खंभां वाले जीव हैं। अनक जन्म किए बहु रंगा। भगत कबीर जी कहते हैं इस तरह के अनेकां ही जन्म ते अनेक ही तरह दीयां जूनियां दे विचों, अनेक ही किस्म दीयां जूनियां दे विचों कई जीव ते आपां देखे भी नहीं होणगे सारी जिंदगी। कई बारी आपां डिस्कवरी चैनल या होर जिहड़े इस तरह के चैनल हैं जो सानू एनवायरनमेंट दे बारे दसदे हैं, जो सानू जीवां बारे दसदे ने, जदों उन्हां दे विच देखदे हां भी ऐसियां ऐसियां जूनियां समुंदर दे विच ऐसे ऐसे जीव ने ते देख के हैरान हो जाइदा। और उन्हां दे विचों आपां लंघ के आए हैं ते जिहड़े वो जीव ने वो भी अपनी यात्रा दे विच ने, पता नहीं कदों उन्हां नूं मनुखा जीवन मिलेगा। जिहड़े समुंदर दे विच आपां देख रहे हैं जां मिट्टी दे विच आपां देखदे हां कि एक छिंद दे विच मिट्टी दे विच वड़ जांदे ने, जां जदों पत्थर नूं तोड़दे हां ते पत्थर नूं तोड़ियां भी विचों जीव निकलदे हन, जिहदे बारे सतगुर सच्चे पातशाह जी अमृत बाणी दे विच फरमान करदे ने कि परमात्मा उन्हां नूं भी रिजक दिंदा है। सैल पत्थर में जंत उपाए तां का रिजक आगे कर धरिया। उन्हां दा रिजक भी परमात्मा उन्हां दे अगे रख दिंदा है। वेखो किन्ना क दयालु वो परमात्मा है कि पत्थर तो बाहर जीव नहीं निकल सकता ते उन्हां दा रिजक उन्हां दे अगे रख दिंदा है, उन्हां नूं पहुंचा दिंदा है। इन्ना ध्यान साडे माँ प्यो भी नहीं रखते, इन्ना ध्यान साडे भैन भरा धियां पुत्र भी नहीं रख सकते जिन्ना परमेश्वर साडा ख्याल रखता है हरेक जीव का। ये नहीं कि कोई छोटा है तो वह घट ख्याल है, जां जिहड़ा वड्डा है तो वह ज़्यादा ख्याल परमात्मा रखता है। सारिਆਂ ਨੂੰ ਇੱਕੋ ਜਿਹਾ समझदा है क्योंकि असीं उस परमात्मा के बनाए हुए उहदे साजे हुए इस संसार दे विच आए हाँ। असीं उहदे भरोसे ते हाँ, असीं उहदे आसरे ते हाँ। अमृत वेले दा सतगुरु जी का पावन हुक्मनामा, तुद बिन दूजा नाही कोय, तू करतार करें सो होए, तेरा जोर तेरी मन टेक, सदा सदा जप नानक एक, सब ऊपर पार ब्रह्म दातार, तेरी टेक तेरा आधार। है प्रभु तेरे तो बिना सानू किहदी टेक है, किहदा आसरा है? आधार किसी का नहीं, तुसी साडा आधार, तुसी साडी टेक, तुसी ही साडा आसरा हो। सो ऐसे ऐसे जीव ते उन्हां जूनियां दे विचों भगत कबीर जी सानू समझाउंदे हन कि असी जो जीव हाँ, जो हुण मनुखा जूनी दे विच आए हाँ, इस तो पहला कई किस्मां दीयां जूनियां असी भोग के आए हाँ। ऐसे घर हम बहुत बसाए। उदाहरणा दे के भगत कबीर जी समझा रहे हैं कि इस तरह के घर भाव के इस तरह के शरीरां दे विचों असी कई बारी लंघ के आए हैं। कई बारी सानू ऐसे शरीर जो वक्खो वक्ख किस्मां दे हन, जिमें कीड़े पतंगे ने, पशु पंछी ने, जिमें अस्थावर एक थां ते खड़े हुए पर्वत रुख ने, उन्हां जूनियां दे विचों भी असी लंघ के आए हाँ। जब हम राम गर्भ होए आए। हे राम जी, हे प्रभु जी, जदों असी इन्हां जूनियां दे विच पए ते उस वेले असी इन्हां जूनियां दे विच गर्भ जून दे विच आके निवास किया। सो ऐसियां
ਟੇਢੀਆਂ ਜੂਨੀਆਂ ਦੇ ਵਿੱਚੋਂ ਅਸੀਂ ਲੰਘ ਕੇ ਤੇ ਹੁਣ ਇਸ ਮਨੁੱਖਾ ਜੀਵਨ ਦੇ ਵਿੱਚ ਆਏ ਹਾਂ। ਮਨੁੱਖਾ ਜਨਮ ਸਾਨੂੰ ਪ੍ਰਾਪਤ ਹੋਇਆ ਹੈ ਔਰ ਸਭ ਤੋਂ ਸ੍ਰੇਸ਼ਟ ਹੈ ਮਨੁੱਖਾ ਜੀਵਨ। ਬੜੀ ਮੁਸ਼ਕਲ ਦੇ ਨਾਲ ਮਿਲਦਾ ਹੈ, ਹਰੇਕ ਨੂੰ ਨਹੀਂ ਮਿਲਿਆ ਕਰਦਾ। ਕਈ ਅਜੇ ਵੀ ਯਾਤਰਾ ਦੇ ਵਿੱਚ ਨੇ, ਕਈ ਜੀਵ ਜਿਹੜੇ ਨੇ ਨਾ ਉਹ ਆਪਣੀਆਂ ਜੂਨੀਆਂ ਭੋਗ ਰਹੇ ਨੇ। ਪਸ਼ੂ ਪੰਛੀ, ਕੀੜੇ ਮਕੌੜੇ ਆਦਿਕ ਜਿੰਨੇ ਵੀ ਜੀਵ ਨੇ ਨਾ ਉਹ ਅਜੇ ਯਾਤਰਾ ਦੇ ਵਿੱਚ ਨੇ। ਪਤਾ ਨਹੀਂ ਕਦੋਂ ਉਹਨਾਂ ਨੂੰ ਕਿਰਪਾ ਹੋਣੀ ਜਿਹੜੀ ਸਾਡੇ ਤੇ ਹੋਈ ਹੈ। ਕਦੀ ਅਸੀਂ ਇਸ ਗੱਲ ਦੀ ਵਿਚਾਰ ਨਹੀਂ ਕਰਦੇ ਕਿ ਸਾਨੂੰ ਪਰਮਾਤਮਾ ਨੇ ਮਨੁੱਖਾ ਸਰੀਰ ਦਿੱਤਾ ਹੈ ਤੇ ਉਹਨਾਂ ਜੀਵਾਂ ਦੇ ਵਿੱਚੋਂ ਚੁਣ ਕੇ ਸਾਨੂੰ ਵੇਖੋ ਪਰਮਾਤਮਾ ਨੇ ਬਖਸ਼ਿਸ਼ ਕਰਕੇ ਇਹ ਦਿੱਤਾ ਹੈ। ਉਹਨਾਂ ਨੂੰ ਪ੍ਰਾਪਤ ਨਹੀਂ ਹੋਇਆ। ਜਿਹੜੇ ਪੰਛੀ ਨੇ ਨਾ ਬਾਹਰ ਦੇਖੋ ਉੱਡ ਰਹੇ ਨੇ, ਆਕਾਸ਼ ਦੇ ਵਿੱਚ ਉਡਾਰੀਆਂ ਮਾਰ ਰਹੇ ਨੇ, ਉਹਨਾਂ ਨੂੰ ਪਤਾ ਨਹੀਂ ਕਦੋਂ ਮਿਲੇਗਾ, ਪਰ ਸਾਨੂੰ ਮਿਲ ਗਿਆ ਹੈ। ਪਸ਼ੂਆਂ ਨੂੰ ਨਹੀਂ ਮਿਲਿਆ, ਉਹਨਾਂ ਨੂੰ ਪਤਾ ਨਹੀਂ ਕਦੋਂ ਮਿਲਣਾ, ਪਰ ਸਾਨੂੰ ਮਿਲਿਆ ਹੋਇਆ ਹੈ। ਪਰ ਅਸੀਂ ਇਹਦੀ ਕੀਮਤ ਹੀ ਨਹੀਂ ਜਾਣ ਰਹੇ, ਅਸੀਂ ਇਹਦਾ ਮੁੱਲ ਹੀ ਨਹੀਂ ਪਾ ਰਹੇ। ਮਿਲ ਤੇ ਗਿਆ ਪਰ ਇਹਦੀ ਕਦਰ ਆਪਾਂ ਨਹੀਂ ਕਰ ਰਹੇ। ਇਸ ਲਈ ਗੁਰਬਾਣੀ ਦੇ ਵਿੱਚ ਆਪਾਂ ਬਚਨ ਪੜ੍ਹਦੇ ਹਾਂ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਅਸੀਂ ਕੌਡੀਆਂ ਦੇ ਬਦਲੇ ਇਹ ਹੀਰੇ ਵਰਗਾ ਜਿਹੜਾ ਜੀਵਨ ਹੈ ਨਾ ਉਹਨੂੰ ਗਵਾ ਰਹੇ ਹਾਂ। ਸੋ ਸੁਚੇਤ ਕਰਦੇ ਨੇ ਸਾਨੂੰ ਭਗਤ ਕਬੀਰ ਜੀ ਕਿ ਅਸੀਂ ਅਨੇਕਾਂ ਜੂਨੀਆਂ ਦੇ ਵਿੱਚੋਂ ਲੰਘ ਕੇ ਤੇ ਗਰਭ ਦੇ ਵਿੱਚ ਵਾਸਾ ਕਰਦੇ ਹੋਏ ਤੇ ਇਸ ਮਨੁੱਖਾ ਜੀਵਨ ਦੇ ਵਿੱਚ ਅਸੀਂ ਪਹੁੰਚੇ ਹਾਂ। ਉਸ ਅਕਾਲ ਪੁਰਖ ਵਾਹਿਗੁਰੂ ਦੀ ਰਹਿਮਤ ਬਖਸ਼ਿਸ਼ ਹੋਈ ਹੈ। ਜੋਗੀ ਜਤੀ ਤਪੀ ਬ੍ਰਹਮਚਾਰੀ, ਕਦੇ ਅਸੀਂ ਜੋਗੀ ਬਣੇ, ਜੋਗ ਮਤ ਧਾਰਨ ਕੀਤਾ। ਜੋਗ ਦਾ ਅਰਥ ਕੀ? ਜੁੜਨਾ। ਜਿਹੜਾ ਪਰਮੇਸ਼ਰ ਦੇ ਨਾਲ ਜੁੜ ਗਿਆ ਉਹ ਜੋਗੀ ਹੈ, ਤੇ ਜਿਹੜਾ ਨਹੀਂ ਜੁੜਿਆ ਨਾ ਉਹ ਕੇਵਲ ਭੇਖ ਹੀ ਹੈ ਉਹਦਾ। ਜਿਹੜਾ ਜੋਗੀ ਹੋ ਕੇ ਵੀ ਜੋ ਪਰਮਾਤਮਾ ਦੇ ਨਾਲ ਨਹੀਂ ਜੁੜਿਆ, ਜੋਗੀ ਜਿਹੜੇ ਸਨ ਉਹਨਾਂ ਦਾ ਕੰਮ ਸੀ, ਉਹਨਾਂ ਦਾ ਫਰਜ਼ ਸੀ ਕਿ ਆਪ ਵੀ ਜੁੜਨਾ ਪਾਰ ਬ੍ਰਹਮ ਪਰਮੇਸ਼ਰ ਦੇ ਨਾਲ ਤੇ ਦੂਸਰਿਆਂ ਨੂੰ ਵੀ ਜੋੜਨਾ, ਉਹ ਜੋਗੀ ਅਖਵਾਉਂਦਾ ਹੈ। ਪਰ ਜਿਹੜੇ ਜੋਗੀ ਸਨ ਨਾ ਉਹ ਜੋਗ ਦੀ ਜੁਗਤ ਹੀ ਭੁੱਲ ਗਏ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾਲ ਜਿਨ੍ਹਾਂ ਜੋਗੀਆਂ ਦਾ ਮੇਲ ਹੋਇਆ, ਜਿਨ੍ਹਾਂ ਦੇ ਨਾਲ ਵਿਚਾਰ ਚਰਚਾ ਹੋਈ, ਜੋ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਅੰਦਰ ਦਰਜ ਹੈ ਸਿੱਧ ਗੋਸ਼ਟ, ਉਹ ਉਹਨਾਂ ਜੋਗੀਆਂ ਦੇ ਨਾਲ, ਉਹਨਾਂ ਸਿੱਧਾਂ ਦੇ ਨਾਲ ਗੁਰੂ ਸਾਹਿਬ ਜੀ ਦੇ ਬਚਨ ਬਿਲਾਸ ਹਨ। ਅਸਲ ਦੇ ਵਿੱਚ ਉਹਨਾਂ ਨੇ ਪ੍ਰਸ਼ਨ ਕੀਤੇ, ਉਹਨਾਂ ਨੇ ਸਵਾਲ ਕੀਤੇ, ਜਿਨ੍ਹਾਂ ਦੇ ਜਵਾਬ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਣਾ ਕੀਤੇ। ਨਾ ਕ੍ਰੋਧ ਦੇ ਵਿੱਚ ਆਏ, ਨਾ ਕਾਲੇ ਪਏ, ਬੜੇ ਸੰਜਮ ਦੇ ਨਾਲ, ਬੜੀ ਸਹਿਜ ਅਵਸਥਾ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਜੋਗੀਆਂ, ਉਹਨਾਂ ਸਿੱਧਾਂ ਦੇ ਜਿਹੜੇ ਸਵਾਲ ਸਨ ਉਹਨਾਂ ਦੇ ਜਵਾਬ ਦਿੱਤੇ। ਔਰ ਜਵਾਬ ਵੀ ਐਸੇ ਦਿੱਤੇ ਕਿ ਉਹਨਾਂ ਦੀ ਨਿਸ਼ਾ ਹੋ ਗਈ, ਉਹਨਾਂ ਦੀ ਤਸੱਲੀ ਹੋ ਗਈ। ਜੇ ਤਸੱਲੀ ਹੋਈ ਨਾ ਤਾਂ ਹੀ ਭਾਈ ਗੁਰਦਾਸ ਜੀ ਨੇ ਇਹ ਬਚਨ ਲਿਖੇ ਨੇ, ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਜਿਹੜੇ ਸਿੱਧ ਗੋਸ਼ਟ ਭਾਵ ਵਿਚਾਰ ਚਰਚਾ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿ ਰਹੇ ਸਨ ਕਿ ਬਾਲਿਆ, ਹੇ ਬਾਲਕ, ਤੇ ਜਦੋਂ ਗੁਰੂ ਸਾਹਿਬ ਨੇ ਉਹਨਾਂ ਦੇ ਐਸੇ ਐਸੇ ਸਵਾਲਾਂ ਦੇ ਜਵਾਬ ਦੇ ਦਿੱਤੇ ਜੋ ਵੱਡੇ ਤੋਂ ਵੱਡਾ ਜੋਗੀ ਸਿੱਧ ਵੀ ਨਹੀਂ ਦੇ ਸਕਦਾ ਸੀ, ਵੱਡੇ ਤੋਂ ਵੱਡਾ ਰਿਸ਼ੀ ਮੁਨੀ ਵੀ ਨਹੀਂ ਦੇ ਸਕਦਾ ਸੀ, ਕੋਈ ਦੇਵੀ ਦੇਵਤਾ ਵੀ ਨਹੀਂ ਦੇ ਸਕਦਾ ਸੀ, ਕੇਵਲ ਨਿਰੰਕਾਰ ਹੀ ਦੇ ਸਕਦਾ ਸੀ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਰੂਪ ਦੇ ਵਿੱਚ ਨਿਰੰਕਾਰ ਨੇ ਆਪ ਉਹਨਾਂ ਸਵਾਲਾਂ ਦੇ ਜਵਾਬ ਦੇ ਦਿੱਤੇ। ਤੇ ਥੋੜੇ ਸਮੇਂ ਪਹਿਲਾਂ ਜਦੋਂ ਸਵਾਲ ਕਰ ਰਹੇ ਸਨ ਤੇ ਬਾਲਕ ਕਹਿ ਕੇ ਸੰਬੋਧਨ ਕਰ ਰਹੇ ਸਨ ਸਿੱਧ, ਤੇ ਜਦੋਂ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦੇ ਦਿੱਤੇ, ਉਹਨਾਂ ਦੀ ਤਸੱਲੀ ਹੋ ਗਈ ਤੇ ਉਹਨਾਂ ਨੂੰ ਵੀ ਝੁਕਣਾ ਪਿਆ, ਉਹਨਾਂ ਨੂੰ ਵੀ ਸਵੀਕਾਰ ਕਰਨਾ ਪਿਆ ਕਿ ਹੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ, ਤੁਹਾਡੀ ਕਮਾਈ ਸਾਡੇ ਨਾਲੋਂ ਬਹੁਤ ਜ਼ਿਆਦਾ ਹੈ, ਤੁਹਾਡੀ ਕਮਾਈ ਬਹੁਤ ਵੱਡੀ ਹੈ। ਸਿੱਧ ਬੋਲਣ ਸ਼ੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਸੋ ਇਸ ਤਰ੍ਹਾਂ ਜਿਹੜੇ ਜੋਗੀ ਹਨ ਉਹ ਆਪ ਵੀ ਪਰਮੇਸ਼ਰ ਦੇ ਨਾਲ ਜੁੜਦੇ ਨੇ। ਜਿਹੜੇ ਸੱਚੇ ਜੋਗੀ ਨੇ, ਜਿਨ੍ਹਾਂ ਨੇ ਅਸਲ ਦੇ ਵਿੱਚ ਜੋਗ ਧਾਰਨ ਕੀਤਾ ਹੈ ਤੇ ਦੂਸਰਿਆਂ ਨੂੰ ਵੀ ਜੋੜਦੇ ਨੇ। ਭਗਤ ਕਬੀਰ ਜੀ ਬਖਸ਼ਿਸ਼ ਕਰ ਰਹੇ ਨੇ, ਕਦੀ ਅਸੀਂ ਜੋਗੀ ਬਣੇ, ਕਦੇ ਅਸੀਂ ਜਤੀ ਬਣੇ, ਜਤ ਧਾਰਨ ਕੀਤਾ, ਕਦੇ ਅਸੀਂ ਤਪੀ ਬਣੇ, ਤਪ ਕਰਦੇ ਰਹੇ,
ਕਈ ਜਨਮ ਅਸੀਂ ਇਸ ਤਰ੍ਹਾਂ ਬਤੀਤ ਕੀਤੇ ਤੇ ਕਈ ਵਾਰੀ ਅਸੀਂ ਬ੍ਰਹਮਚਾਰੀ ਬਣੇ ਹਾਂ। ਆਪਣੇ ਬਿੰਦ ਨੂੰ ਰੋਕ ਕੇ ਬ੍ਰਹਮਚਰਜ ਦਾ ਅਸੀਂ ਪਾਲਨ ਕੀਤਾ। ਕਬਹੂ ਰਾਜਾ ਛਤਰਪਤ ਕਬਹੂ ਭਿਖਾਰੀ। ਕਈ ਵਾਰੀ ਅਸੀਂ ਛਤਰਪਤੀ ਰਾਜੇ ਬਣੇ। ਕਈ ਜਨਮਾਂ ਦੇ ਵਿੱਚ ਪਰਮਾਤਮਾ ਨੇ ਸਾਨੂੰ ਰਾਜ ਭਾਗ ਦੇ ਦਿੱਤਾ ਤੇ ਕਈ ਜਨਮਾਂ ਦੇ ਵਿੱਚ ਅਸੀਂ ਮੰਗਤੇ ਬਣ ਗਏ। ਇਹ ਤੇ ਪਰਮੇਸ਼ਰ ਦੀ ਮਰਜ਼ੀ ਹੈ ਨਾ, ਉਹ ਚਾਹਵੇ ਰਾਜ ਤੇ ਬਿਠਾ ਦੇਵੇ, ਜੇ ਉਹ ਚਾਹਵੇ ਤੇ ਭੀਖ ਮੰਗਾਵੇ। ਤੇ ਇਹਦੇ ਵਿੱਚ ਕਿਸੇ ਮਨੁੱਖ ਦੀ ਕੀ ਵਡਿਆਈ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਕਿ ਜੇ ਰਾਜ ਦੇਵੇਗਾ ਤੇ ਤਾਂ ਵੀ ਮਾਲਕ ਵਾਹਿਗੁਰੂ ਤੇਰੀ ਮਰਜ਼ੀ ਹੈ, ਤੇਰੀ ਬਖਸ਼ਿਸ਼ ਹੈ। ਮੇਰੀ ਆਪਣੇ ਆਪ ਦੇ ਵਿੱਚ ਇਹਦੇ ਵਿੱਚ ਕੋਈ ਵਡਿਆਈ ਨਹੀਂ ਹੈ। ਤੇ ਜੇ ਤੂੰ ਮੈਨੂੰ ਭੀਖ ਮੰਗਾਵੇਂਗਾ ਤੇ ਮੇਰਾ ਕੀ ਘਟ ਜਾਏਗਾ। ਇਹ ਤੇ ਤੇਰੇ ਹੱਥ ਦੇ ਵਿੱਚ ਸਾਰੀ ਖੇਡ ਹੈ, ਜੋ ਤੂੰ ਵਰਤਾਉਂਦਾ ਰਹਿਣਾ ਹੈ। ਕਦੇ ਤੂੰ ਰਾਜਾ ਬਣਾ ਦਿੰਦਾ ਕਿਸੇ ਨੂੰ, ਅਗਲੇ ਜਨਮ ਦੇ ਵਿੱਚ ਭਿਖਾਰੀ ਬਣਾ ਦਿੰਦਾ। ਤੇ ਕਈ ਵਾਰੀ ਐਸਾ ਵੀ ਹੋਇਆ ਕਿ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ। ਇੱਕ ਰਾਜਾ ਸਿੰਘਾਸਨ ਤੇ ਬੈਠਾ ਸੀ, ਬੈਠਿਆਂ ਬੈਠਿਆਂ ਇੱਕਦਮ ਨੀਂਦ ਆ ਗਈ, ਸੋ ਗਿਆ। ਤੇ ਜਦੋਂ ਸੋ ਗਿਆ ਸੁਪਨੇ ਦੇ ਵਿੱਚ ਕੀ ਦੇਖਦਾ ਕਿ ਭਿਖਾਰੀ ਬਣਿਆ ਹੋਇਆ, ਦਰ ਦਰ ਦੀਆਂ ਠੋਕਰਾਂ ਖਾ ਰਿਹਾ ਹੈ, ਲੋਕਾਂ ਦੇ ਘਰਾਂ ਦੇ ਵਿੱਚ ਉਹ ਭੀਖ ਮੰਗ ਰਿਹਾ ਹੈ। ਬੜਾ ਦੁਖੀ ਹੋਇਆ। ਕਿਥੇ ਤੇ ਅਸਲ ਦੇ ਵਿੱਚ ਰਾਜਾ ਹੈ ਤੇ ਕਿਥੇ ਭਿਖਾਰੀ ਬਣ ਗਿਆ ਸੁਪਨੇ ਦੇ ਵਿੱਚ। ਕੋਈ ਦੁੱਖਾਂ ਦਾ ਅੰਤ ਹੀ ਨਹੀਂ ਸੀ ਉਹਦੇ। ਤੇ ਜਦੋਂ ਪਰਮੇਸ਼ਰ ਨੂੰ ਕੋਈ ਭੁੱਲ ਜਾਂਦਾ ਹੈ, ਉਹ ਵਾਕਈ ਭਿਖਾਰੀ ਹੈ। ਜਿਹੜਾ ਪਰਮੇਸ਼ਰ ਨੂੰ ਯਾਦ ਕਰਦਾ ਹੈ ਨਾ, ਉਹਦੇ ਘਰ ਦੇ ਵਿੱਚ ਭਾਵੇਂ ਕੁਝ ਵੀ ਨਾ ਹੋਵੇ, ਪਰ ਫਿਰ ਵੀ ਉਹ ਸਾਰੀ ਸ੍ਰਿਸ਼ਟੀ ਦਾ ਰਾਜਾ ਹੈ। ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਸਤਿਗੁਰੂ ਜੀ ਨੇ ਵੇਖੋ ਕੈਸਾ ਸੁੰਦਰ ਵਰਣਨ ਕੀਤਾ ਰੱਬ ਦੇ ਪਿਆਰੇ ਦਾ। ਦੁਨੀਆ ਦੀਆਂ ਨਜ਼ਰਾਂ ਦੇ ਵਿੱਚ ਉਹਦੇ ਕੱਪੜੇ ਪਾਟੇ ਹੋ ਸਕਦੇ ਨੇ, ਟੁੱਟੀ ਹੋਈ ਝੌਂਪੜੀ ਦੇ ਵਿੱਚ ਰਹਿੰਦਾ ਹੋ ਸਕਦਾ ਹੈ ਉਹ, ਪਰ ਜੇ ਆਪਾਂ ਉਹਦਾ ਮਨ ਦੇਖੀਏ, ਮਨ ਉਹਦੇ ਵਿੱਚ ਪਰਮਾਤਮਾ ਦਾ ਪ੍ਰੇਮ ਹੈ, ਭਗਤੀ ਹੈ, ਭਿੱਜਿਆ ਹੋਇਆ ਮਨ ਪੂਰੀ ਤਰ੍ਹਾਂ। ਸਾਡਾ ਤੇ ਮਨ ਭਿੱਜਦਾ ਨਹੀਂ, ਸੁੱਕਾ ਹੈ ਨਾ, ਕਠੋਰ ਹੈ। ਸਾਡਾ ਮਨ ਨਹੀਂ ਭਗਤੀ ਦੇ ਵਿੱਚ, ਪ੍ਰੇਮ ਦੇ ਵਿੱਚ ਭਿੱਜਦਾ, ਕਿਉਂਕਿ ਸੰਸਾਰਕ ਪਦਾਰਥਾਂ ਦੇ ਨਾਲ ਸਾਡਾ ਮੋਹ ਬਣਿਆ ਹੋਇਆ ਹੈ। ਇਸ ਕਰਕੇ ਉਸ ਆਨੰਦ ਨੂੰ ਅਸੀਂ ਕਦੇ ਮਹਿਸੂਸ ਹੀ ਨਹੀਂ ਕੀਤਾ, ਉਸ ਰਸ ਨੂੰ ਅਸੀਂ ਕਦੇ ਮਾਣਿਆ ਹੀ ਨਹੀਂ। ਜੋ ਪਰਮਾਤਮਾ ਦੇ ਨਾਲ ਪ੍ਰੇਮ ਕਰਕੇ ਰਸ ਆਉਂਦਾ ਹੈ, ਜੋ ਆਨੰਦ ਆਉਂਦਾ ਹੈ, ਉਹਨੂੰ ਆਪਾਂ ਕਦੋਂ ਮਾਣਿਆ। ਜਿਸ ਦਿਨ ਮਾਣ ਲਵਾਂਗੇ, ਦੁਨੀਆ ਦੇ ਰਸ ਕਸ ਜਿਹੜੇ ਨੇ ਨਾ ਸਾਰੇ ਫਿੱਕੇ ਲੱਗਣਗੇ। ਦੁਨੀਆ ਦੇ ਪਦਾਰਥਾਂ ਦਾ ਮੋਹ ਖਤਮ ਹੋ ਜਾਏਗਾ। ਦੁਨੀਆ ਦੇ ਸੁੱਖ ਜਿਹੜੇ ਨੇ ਨਾ, ਉਹ ਸਾਨੂੰ ਦੁੱਖ ਲੱਗਣਗੇ ਵੀ ਇਹ ਦੁੱਖ ਨੇ, ਕਿਉਂਕਿ ਇਹਨਾਂ ਦੇ ਵਿੱਚ ਫਸ ਕੇ ਅਸੀਂ ਪਰਮਾਤਮਾ ਨਾਲੋਂ ਟੁੱਟੇ ਰਹੇ। ਸਤਿਗੁਰੂ ਜੀ ਫਰਮਾਨ ਕਰਦੇ ਨੇ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਤਨ ਰੂਪਹੀਣ ਕਿਛ ਸਾਕ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਦਰੈ ਪ੍ਰਭ ਹੋਏ ਸੋ ਪ੍ਰਸੰਨਾ। ਐਸੇ ਹਨ ਰੱਬ ਦੇ ਪਿਆਰੇ, ਜਿਨ੍ਹਾਂ ਦੇ ਕੋਲ ਕੁਝ ਵੀ ਨਾ ਹੋਵੇ, ਪਰ ਫਿਰ ਵੀ ਸਾਰੀ ਸ੍ਰਿਸ਼ਟੀ ਦੇ ਰਾਜੇ ਹਨ। ਸੋ ਭਗਤ ਕਬੀਰ ਜੀ ਉਪਦੇਸ਼ ਕਰ ਰਹੇ ਨੇ ਕਿ ਕਈ ਵਾਰੀ ਪਰਮਾਤਮਾ ਨੇ ਸਾਨੂੰ ਰਾਜਾ ਬਣਾਇਆ, ਛਤਰਪਤੀ ਰਾਜਾ ਅਸੀਂ ਬਣੇ, ਤੇ ਕਈ ਵਾਰੀ ਮੰਗਤਿਆਂ ਦੀ ਜੂਨ ਦੇ ਵਿੱਚ ਰਹਿ ਕੇ ਆਏ। ਸਾਕਤ ਮਰਹਿ ਸੰਤ ਸਭ ਜੀਵੈ। ਇਸ ਤਰ੍ਹਾਂ ਭਗਤ ਕਬੀਰ ਜੀ ਕਹਿੰਦੇ ਨੇ, ਜਿਹੜੇ ਸਾਕਤ ਨੇ ਨਾ, ਉਹ ਵੱਖੋ ਵੱਖ ਜੂਨੀਆਂ ਦੇ ਵਿੱਚ ਭਟਕਦੇ ਰਹਿੰਦੇ ਨੇ, ਜੰਮਦੇ ਅਤੇ ਮਰਦੇ ਨੇ। ਸੰਤ ਕਦੇ ਨਹੀਂ ਮਰਦਾ। ਜਿਹੜਾ ਪਰਮੇਸ਼ਰ ਦਾ ਪਿਆਰਾ ਹੈ, ਉਹ ਸਦਾ ਵਾਸਤੇ ਜਿਉਂਦਾ ਹੈ। ਆਰਾਮ ਰਸਾਇਣ ਰਸਨਾ ਪੀਵੈ ਹੈ, ਕਿਉਂਕਿ ਉਹ ਰਸਨਾ ਦੇ ਨਾਲ ਪਰਮੇਸ਼ਰ ਦੇ ਨਾਮ ਦਾ ਜਿਹੜਾ ਸ੍ਰੇਸ਼ਟ ਰਸ ਹੈ, ਉਹਨੂੰ ਪੀਂਦਾ ਹੈ। ਪਰਮਾਤਮਾ ਦਾ ਭਗਤ ਪਰਮੇਸ਼ਰ ਦੇ ਨਾਮ ਨੂੰ ਜਪਦਾ ਹੈ, ਉਹਦੇ ਵਿੱਚੋਂ ਉਹਨੂੰ ਆਨੰਦ ਪ੍ਰਾਪਤ ਹੁੰਦਾ ਹੈ, ਰਸ ਪ੍ਰਾਪਤ ਹੁੰਦਾ ਹੈ। ਤੇ ਉਹ ਪਰਮੇਸ਼ਰ ਦਾ ਨਾਮ ਅੰਮ੍ਰਿਤ ਉਹਨੂੰ ਸਦਾ ਵਾਸਤੇ ਅਮਰ ਕਰ ਦਿੰਦਾ ਹੈ। ਕਹੋ ਕਬੀਰ ਪ੍ਰਭ ਕਿਰਪਾ ਕੀਜੈ। ਭਗਤ ਕਬੀਰ ਜੀ ਉਪਦੇਸ਼ ਕਰਦੇ ਨੇ, ਸਾਨੂੰ ਪ੍ਰੇਰਨਾ ਕਰਦੇ ਨੇ ਕਿ ਭਾਈ ਪਰਮਾਤਮਾ ਦੇ ਅੱਗੇ ਇਸ ਤਰ੍ਹਾਂ ਬੇਨਤੀ ਕਰੋ, ਇਸ ਤਰ੍ਹਾਂ ਅਰਜ਼ੋਈ ਕਰੋ ਕਿ ਹੇ ਪ੍ਰਭੂ ਜੀ ਸਾਡੇ ਉੱਤੇ ਕਿਰਪਾ ਕਰੋ। ਹਾਰ ਪਰੇ ਅਬ ਪੂਰਾ ਦੀਜੈ, ਕਿ ਅਸੀਂ ਹਾਰ ਕੇ ਤੁਹਾਡੇ ਦਰ ਤੇ ਆ ਗਏ ਹਾਂ।
ਜਦੋਂ ਤੱਕ ਮਨੁੱਖ ਆਪਣੇ ਯਤਨ ਕਰਦਾ ਰਹਿੰਦਾ ਨਾ, ਉਹਨੂੰ ਕੁਝ ਹਾਸਲ ਨਹੀਂ ਹੁੰਦਾ। ਜਦੋਂ ਹਾਰ ਕੇ ਪ੍ਰਭੂ ਦੇ ਦਰ ਦੇ ਉੱਤੇ ਡਿੱਗ ਪੈਂਦਾ ਹੈ, ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ, ਰਾਖ ਪ੍ਰਭੂ ਭਾਵੇਂ ਮਾਰ। ਹੇ ਪ੍ਰਭੂ, ਮੈਂ ਤੇਰੇ ਦਰ ਤੇ ਹੁਣ ਆ ਗਿਆ ਹਾਂ, ਹੁਣ ਭਾਵੇਂ ਤੂੰ ਮੈਨੂੰ ਰੱਖ ਲੈ ਤੇ ਭਾਵੇਂ ਮਾਰ ਦੇ। ਤੇ ਜੇ ਆਪਾਂ ਇਸ ਤਰ੍ਹਾਂ ਪਰਮਾਤਮਾ ਨੂੰ ਆਖਾਂਗੇ, ਗੁਰੂ ਨੂੰ ਆਖਾਂਗੇ, ਗੁਰੂ ਸਾਨੂੰ ਮਾਰ ਦੇਗਾ? ਗੁਰੂ ਕਦੇ ਵੀ ਨਹੀਂ ਮਾਰੇਗਾ। ਗੁਰੂ ਤੇ ਜੀਵਨ ਦਾਨ ਦੇ ਦੇਗਾ। ਗੁਰੂ ਤੇ ਪ੍ਰਸੰਨ ਹੋ ਜਾਏਗਾ ਕਿ ਹਾਂ, ਇਹਦੇ ਅੰਦਰ ਹੁਣ ਨਿਮਰਤਾ ਆ ਗਈ ਹੈ, ਇਹ ਹੁਣ ਮੇਰਾ ਹੋ ਗਿਆ। तो सतगुरु जी बख्शिश करते हैं, सगल द्वार को छाड़ के गहे तुहारो द्वार, बाहें गहे की लाज अस गोबिंद दास तुहार। तेरे दर ते आ गया मालिक वाहिगुरू, शरण आया दी तू लाज रखदा है। मैं ऐसा सुनिया है, मैं ऐसा देखा भी है कि जिहड़ा शरण दे विच आ जांदा तुसीं उहदी लाज रखदे हो। सो मेरी बांह फड़ो, ते बांह फड़े दी तुसीं लाज भी रखनी है, तुसीं मेरी शर्म भी रखनी है। सो इस तरह परमेश्वर अगे बेनती करनी है, हार परे अब पूरा दीजै। हे प्रभु, असी हार के तुहाडे दर ते आ गए हैं, किधरे भी सानू ढोई नहीं मिली, साडे उत्ते किरपा करो, सानू अपना ज्ञान बख्शो ताकि तुहाडा नाम जप सकीए। ज्ञान जदों आ जाता है, फिर मनुख जिहड़ा है ना, अज्ञानता दे विचों निकल के परमेश्वर की भगती दे विच जुड़ जाता है। वाहिगुरू किरपा करे, आपां गुरु चरणों दे नाल इसे तरह जुड़े रहिए, निता प्रति सेवा